ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਪਹਿਲਾਂ ਤੁਹਾਨੂੰ ਚੇਤੇ ਕਰਾ ਦਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਇਹਨੂੰ ਲਾਈਕ ਕਰੋ, ਇੱਥੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਅੱਜ ਦੀ ਜਿਹੜੀ ਗੱਲ ਜਿੱਤੇ ਚਾਨਣ ਪਾਉਣਾ ਉਹ ਇੱਕ ਪੰਜਾਬੀ ਮੁਹਾਵਰਾ ਹੈ ਜਿੱਤੇ ਚਾਨਣ ਪਾਉਣਾ, ਕਿਉਂਕਿ ਖਬਰ ਉਸ ਮੁਹਾਵਰੇ ਚੋਂ ਨਿਕਲਣ ਡਈ। ਅੱਜ ਦੀ ਪੂਰੀ ਜ਼ਿੰਦਗੀ ਅਸੀਂ ਸੁਣਦੇ ਰਹੇ ਕਿ ਗੰਢਿਆਂ ਚੋਂ ਵੀ ਗੰਢੇਲਾਂ ਨਿਕਲ ਆਉਂਦੀਆਂ ਨੇ। ਇਹ ਗੰਢੇ ਓਨੀਅਨਸ ਪਿਆਜ਼ ਉਹਨਾਂ ਨੂੰ ਆਖਦੇ ਨੇ, ਤੇ ਗੰਢੇਲਾ ਮਤਲਬ ਕਿ ਭੈੜੇ ਗੰਢੇ ਜ਼ਾਹਿਰ ਹੈ। ਇਹ ਸਮਝ ਨਹੀਂ ਸੀ ਆਉਂਦੀ ਵੀ ਇਹ ਮੁਹਾਵਰਾ ਜਿਹੜਾ ਗੰਢੇ ਨੇ ਤੇ ਗੰਢਿਆਂ ਭੈੜੇ ਨਿਕਲੀ ਆਉਣਾ। ਹਰ ਫਲ ਹਰ ਸਬਜ਼ੀ ਦੇ ਵਿੱਚੋਂ ਕੁਝ ਨਾ ਕੁਝ ਭੈੜਾ ਨਿਕਲੀ ਆਉਂਦਾ, ਤੇ ਜੇ ਗੰਢਿਆਂ 'ਚੋਂ ਨਿਕਲ ਆਇਆ ਤੇ ਇਕੱਲੇ ਗੰਢਿਆਂ ਦੇ ਪਿੱਛੇ ਸਾਡੇ ਬਜ਼ੁਰਗ ਲੱਠ ਲੈ ਕੇ ਕਿਉਂ ਪੈ ਗਏ? ਇਹ ਗੰਢਿਆਂ 'ਚੋਂ ਹੀ ਗੰਢੇਲਾਂ ਕਿਉਂ ਨਿਕਲਦੀਆਂ? ਕੋਈ ਆਲੂਆਂ ਦੀ ਗੱਲ ਕਿਉਂ ਨਹੀਂ ਬਣਾਈ? ਟਿੰਡਿਆਂ ਦੀ ਗੱਲ ਕਿਉਂ ਨਹੀਂ ਬਣਾਈ? ਤੇ ਉਹ ਫਿਰ ਸਮਝ ਆਈ ਵੀ ਗੰਢੇ ਥੋੜ੍ਹਾ ਜਿਹਾ ਕਿਉਂਕਿ ਕੰਪਲੈਕਸ ਇੱਕ ਸਬਜ਼ੀ ਹੈ, ਜਾਂ ਜੋ ਵੀ ਉਹਨੂੰ ਤੁਸੀਂ ਆਖਣਾ ਹੈ, ਉਹਦੇ 'ਚ ਜਿੰਨੀਆਂ ਲੇਅਰਸ ਨੇ ਔਰ ਜੋ ਕੁਝ ਕਰੱਤਣ ਵੀ ਹੈ, ਕਰੱਤਣ ਉਹ ਜਿਹੜੀ ਅੱਖਾਂ ਨੂੰ ਚੜ੍ਹਦੀ ਜੇ। ਤੇ ਬਹਰਹਾਲ ਉਹ ਤਾਂ ਇੱਕ ਅਲੱਗ ਗੱਲ ਹੈ, ਅਲੱਗ ਮੌਜੂ ਹੈ। ਹੁਣ ਅਸੀਂ ਆਉਂਦੇ ਵੀ ਇਹ ਗੰਢਿਆਂ 'ਚੋਂ ਗੰਢੇਲਾਂ ਜਿਹੜੀਆਂ ਇਹ ਕਦੋਂ ਇਸਤੇਮਾਲ ਕੀਤਾ ਜਾਂਦਾ ਹੈ? ਅਕਸਰ ਉਦੋਂ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਵੇਲੇ ਕਿਸੇ ਬੰਦੇ ਦੀ ਔਲਾਦ ਭੈੜੀ ਨਿਕਲ ਆਵੇ। ਹਾਂਜੀ, ਜਿਸ ਵੇਲੇ ਕਿਸੇ ਦੀ ਔਲਾਦ ਇਹੋ ਜਿਹੀ ਨਿਕਲ ਆਵੇ ਜਿਹੜੀ ਭੈੜੇ ਕੰਮ ਕਰੇ, ਤਾਂ ਉਦੋਂ ਲੋਕ ਆਉਂਦੇ ਨੇ ਵੀ ਇਹ ਗੰਢਿਆਂ 'ਚੋਂ ਗੰਢੇਲਾਂ ਨਿਕਲ ਆਉਂਦੀਆਂ ਨੇ, ਇਸੇ ਲਈ ਇਹਦਾ ਪਿਓ ਤਾਂ ਚੰਗਾ ਸੀ ਪਰ ਇਹ ਵਿੱਚੋਂ ਭੈੜਾ ਨਿਕਲ ਆਇਆ। ਇਹ ਹੁਣ ਜਿਹੜਾ ਮੁਹਾਵਰਾ ਹੈ ਨਾ ਗੰਢਿਆਂ 'ਚੋਂ ਗੰਢੇਲਾਂ ਨਿਕਲਣ ਵਾਲਾ, ਉਹ ਵੀ ਤੇ ਨਾਲ ਇੱਕ ਮਸ਼ਹੂਰ ਪੰਜਾਬੀ ਫਿਲਮ ਦਾ, ਇੱਕ ਬੜਾ ਮਸ਼ਹੂਰ ਇੰਡੀਅਨ ਪੰਜਾਬੀ ਫਿਲਮ ਦਾ ਇੱਕ ਬੜਾ ਮਸ਼ਹੂਰ ਡਾਇਲੌਗ ਹੈ, ਉਹ ਜ਼ਰਾ ਸੁਣੋ। ਸਾਲਾ ਬਹਿੜਿਆਂ ਦਾ ਕਿਸੇ ਨੇ ਕਿਵੇਂ ਗੱਲ ਕਰੀਦੀ ਹੈ? ਕਿਸੇ ਨੇ ਸਿਖਾਇਆ ਨਹੀਂ? ਬੇਵਕੂਫ, ਪਾਗਲ, ਬਦਤਮੀਜ਼, ਗਧਾ। ਆਪ ਬਕਵਾਸ ਕਿਹਨੂੰ ਕਰ ਰਹੇ ਹੋ? ਉਹ ਡੈਡੀ ਜੀ ਮੈਂ ਨਹੀਂ ਕਹਿ ਰਿਹਾ, ਉਹ ਕਹਿ ਰਿਹਾ ਵਾ। ਘੱਟੋ ਘੱਟ ਕਮਰਾ ਕਿਰਾਏ ਤੇ ਦੇਣ ਤੋਂ ਪਹਿਲਾਂ ਬੰਦਾ ਚੈੱਕ ਤਾਂ ਕਰ ਲਿਆ ਕਰੋ। ਨਾ ਚੈੱਕ ਕਰਨ ਨੂੰ ਮੈਂ ਕਿਰਾਏਦਾਰਾਂ ਦੀ ਪਹਿਲਾਂ ECG ਕਰਾਇਆ ਕਰਾਂ। ਨਾ ਕਹਿੰਦਾ ਕੀ ਆ ਉਹ? ਕਹਿੰਦਾ ਕੀ ਆ? ਗਾਲਾਂ ਕੱਢਦਾ। ਗਾਲਾਂ? ਉਹ ਇੰਨੀਆਂ ਗਾਲਾਂ ਤਾਂ ਤੁਹਾਨੂੰ ਕਿਸੇ ਕੇਸ ਹਾਰੇ ਹੋਏ ਕਲਾਇੰਟ ਨੇ ਨਹੀਂ ਕੱਢੀਆਂ ਹੋਣੀਆਂ ਜਿੰਨੀਆਂ ਤੁਹਾਨੂੰ ਦੋਹਾਂ ਨੂੰ ਉਹ ਕੱਢਦਾ। ਨਾ ਮੈਨੂੰ ਕਿਉਂ? ਬਣਦੇ ਤਾਂ ਇਕੱਲੇ ਡੈਡੀ ਦੀਆਂ ਨੇ। ਉਹ ਜਿਹਦੀ ਇਹੋ ਜੀ ਗੰਦੀ ਔਲਾਦ ਹੋਊ, ਲੋਕੀ ਗੰਦੀਆਂ ਗੰਦੀਆਂ ਗਾਲਾਂ ਤਾਂ ਕੱਢਣਗੇ ਹੀ। ਸਾਲੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ। ਪਰ ਮੈਂ ਕਿਉਂ? ਬਣਦਾ ਤਾਂ ਇਕੱਲੇ ਵੀਰ ਦਾ। ਕੀ? ਮੈਂ ਦੇਖਦਾ ਉਹਨੂੰ। ਉਹ ਬਹਿ ਜਾ ਵੀਰ, ਇਹ ਜਿਹੇ ਮੂੰਹ ਨਹੀਂ ਲੱਗੀਦਾ, ਦੂਰ ਹੀ ਰਹੀਦਾ। ਨਾ ਦੂਰ ਨੂੰ ਹੁਣ ਅਸੀਂ ਕਿਤੇ ਜਾ ਕੇ ਬਾਹਰ ਰਹਿਣ ਲੱਗ ਜੀਏ? ਤੁਰ ਜਾ। ਜਿਹੋ ਜੇ ਆਲੇ ਉਹੋ ਜੇ ਕੁੱਜੇ। ਸਾਲਾ ਯਾਰ ਤਾਂ ਤੇਰਾ ਹੀ ਆ, ਦੇਖ ਲੂੰਗਾ ਮੈਂ ਉਹਨੂੰ। ਢਿੱਲੋਂ ਨੇ ਐਵੇਂ ਨਹੀਂ ਕਾਲਾ ਕੋਟ ਪਾਇਆ। ਆਹੋ ਰਫੂ ਕਰਾ ਕੇ ਪਾਇਆ। ਕੱਢੋ ਨਾ ਗਾਲ ਕੱਢੀ ਦੋ ਅੱਜ। ਸਾਲਿਆ ਤੇਰਾ ਕੀ ਜਾਣਾ, ਗਾਲ ਤਾਂ ਮੇਰੀ ਘਰ ਵਾਲੀ ਨੂੰ ਲੱਗਣੀ ਆ। ਸੁਣਿਆ ਜੇ? ਇਹ ਜਿਹੜਾ ਡਾਇਲੌਗ ਹੈ ਇਹ ਵੀ ਤੇ ਇਹ ਮੁਹਾਵਰਾ ਵੀ ਇਹ ਅੱਜ ਸਾਦਕ ਆਉਣ ਡਿਆ ਹੈ ਜਨਾਬ ਮਰਹੂਮ ਲੈਫਟੀਨੈਂਟ ਜਨਰਲ ਰਿਟਾਇਰਡ ਹਮੀਦ ਗੁਲ ਸਾਹਿਬ, ਉਹਨਾਂ ਦੇ ਘਰਾਣੇ ਦੇ ਉੱਤੇ। ਅੱਲਾ ਉਹਨਾਂ ਨੂੰ ਕਰਵਟ ਜੰਨਤ ਨਸੀਬ ਕਰੇ। ਜਨਰਲ ਗੁਲ ਸਾਹਿਬ ਦੇ ਪੁੱਤਰ ਨੇ ਅੱਜ ਕੱਲ੍ਹ ਬੜੇ ਗੁਲ ਖਿਲਾਏ ਨੇ। ਜਨਰਲ ਸਾਹਿਬ ਜਿਹੜੇ ਨੇ ਹਮੀਦ ਗੁਲ ਸਾਹਿਬ, ਉਹਨਾਂ ਦੇ ਸਪੋਰਟ 'ਚ ਵੀ ਬੜੇ ਲੋਕ ਨੇ, ਉਹਨਾਂ ਦੇ ਮੁਖਾਲਫ ਵੀ ਬੜੇ ਲੋਕ ਨੇ। ਉਹ ਬੜੇ ਸਾਰੇ ਆਂਦੇ ਨੇ ਵੀ ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਸਨ ਉਹ ਅੱਜ ਵੀ ਪਾਕਿਸਤਾਨ ਭੁਗਤ ਰਿਹਾ, ਔਰ ਬੜੇ ਸਾਰੇ ਆਂਦੇ ਨੇ ਕਿ ਨਹੀਂ ਉਹ ਚੰਗੇ ਬੰਦੇ ਸਨ, ਉਹਨਾਂ ਨੇ ਬੜਾ ਚੰਗਾ ਕੰਮ ਕੀਤਾ ਔਰ ਮੁਲਕ ਲਈ ਬੜੇ ਵਫਾਦਾਰ ਸਨ ਤੇ ਬੜਾ ਚੰਗਾ ਕੰਮ ਕਰਕੇ ਗਏ। ਉਹ ਤੇ ਉਹਨਾਂ ਦੀ ਜਿਹੜੀ ਇੱਕ ਤੁਸੀਂ ਕਹਿ ਲਓ ਕਿ ਸਿਆਸੀ ਮਦਾਖਲਤ ਸੀ ਜਾਂ ਉਹਨਾਂ ਦਾ ਜਿਹੜਾ ਕੰਮ ਸੀ ਉਹਦੇ ਉੱਤੇ ਲੋਕਾਂ ਦੀ ਤਨਕੀਦ ਜਾਂ ਸਭ ਕੁਝ ਹੁੰਦਾ, ਲੇਕਿਨ ਉਹਨਾਂ ਕਦੇ ਵੀ ਜ਼ਾਤੀ ਜ਼ਿੰਦਗੀ ਦੇ ਵਿੱਚ ਇਸ ਕਿਸਮ ਦੀ ਬਦਤਮੀਜ਼ੀ ਔਰ ਇਸ ਕਿਸਮ ਦੀ ਗਲਾਜ਼ਤ ਨਹੀਂ ਕੀਤੀ ਜਿਹੜੀ ਉਹਨਾਂ ਦਾ ਪੁੱਤਰ ਕਰਦਾ ਹੈ। ਜੀ ਹਾਂ, ਔਰ ਉਹਨਾਂ ਦੇ ਪੁੱਤਰ ਜਨਾਬ ਜਿਹੜੇ ਹਮੀਦ ਗੁਲ ਸਾਹਿਬ ਦੇ ਪੁੱਤਰ ਨੇ, ਉਹਨਾਂ ਨੇ ਪਿਛਲੇ ਦਿਨੋਂ ਇੱਕ ਦੋ ਐਸੇ ਕੰਮ ਕੀਤੇ ਜਿਹੜੇ ਤੁਹਾਡੇ ਸਾਹਮਣੇ ਰੱਖਣੇ, ਤੇ ਤੁਹਾਨੂੰ ਉਸ ਤੋਂ ਸਮਝ ਆਏਗੀ ਕਿ ਉਹ ਇਹ ਗੰਢਿਆਂ 'ਚੋਂ ਗੰਢੇਲਾਂ ਨਿਕਲੀਆਂ ਨੇ ਜਾਂ ਉਹ ਮਜ਼ਾ ਨਾਲ ਸਵਾਦ ਵਾਲੀ ਗੱਲ ਹੈ। ਬਹਰਹਾਲ ਪਹਿਲੀ ਗੱਲ ਤਾਂ ਤੁਹਾਨੂੰ ਇਹ ਦੱਸਣੇ ਆ ਕਿ ਜਿਹੜੇ ਇਮਰਾਨ ਖਾਨ ਸਾਹਿਬ ਕੈਦ ਨੇ, ਉਹ ਤੁਹਾਨੂੰ ਪਤਾ ਕਈ ਮਹੀਨਿਆਂ ਤੋਂ ਕੈਦ ਨੇ। ਉਹਨਾਂ ਦੇ ਖਿਲਾਫ ਇਹ ਹਰਜ਼ਾ ਸੁਰਾਈ ਕਰਦੇ ਰਹੇ ਨੇ ਜਨ ਸਾਹਿਬ ਦੇ ਪੁੱਤਰ। ਇੰਨਾ ਹੀ ਨਹੀਂ, ਜਿਹੜੇ ਜਸਟਿਸ ਅਤਰ ਮਿਨੱਲਾ ਸਾਹਿਬ ਨੇ, ਉਹ ਹੁਣੇ ਹੀ ਅਮਰੀਕਾ ਗਏ ਸਨ ਤੇ ਉੱਥੇ ਨਿਊਯਾਰਕ ਬਾਰ ਦੇ ਵਿੱਚ ਖਲੋ ਕੇ ਉਹ ਤਕਰੀਰ ਕਰ ਰਹੇ ਸਨ। ਤੇ ਇਹ ਜਿਹੜੇ ਜਨਰਲ ਹਮੀਦ ਗੁਲ ਸਾਹਿਬ ਦੇ ਪੁੱਤਰ ਨੇ, ਇਹਨਾਂ ਨੂੰ ਉਹਨਾਂ ਦਾ ਤੁਸੀਂ ਹੁਣ ਛੋਕਰਾ ਆਖੋ, ਮੁੰਡਾ ਆਖੋ, ਪੁੱਤਰ ਆਖੋ, ਤੁਹਾਡੀ ਮਰਜ਼ੀ ਹੈ। ਇਹਨਾਂ ਨੇ ਅਬਦੁੱਲਾ ਗੁਲ ਗਾਲਬਨ ਇਹਨਾਂ ਦਾ ਨਾਂ ਹੈ, ਨਾਂ ਤੇ ਬੜਾ ਸੋਹਣਾ ਰੱਖਿਆ ਸੀ ਉਹਨਾਂ ਨੇ, ਲੇਕਿਨ ਇਹ ਅਬਦੁੱਲਾ ਗੁਲ ਸਾਹਿਬ ਨੇ ਜਨਰਲ ਸਾਹਿਬ ਨੂੰ ਐਸਾ ਤਾਨਾ ਮਾਰਿਆ ਕਿ ਜਿਹੜਾ ਬੰਦਾ ਆਪਣੀ ਮਾਂ ਵੇਚਦਾ ਹੈ ਉਹਦਾ ਕੀ ਹੋ ਸਕਦਾ ਹੈ। ਮਤਲਬ ਸਿੱਧਾ ਹੀ ਆਪਣਾ ਜਸਟਿਸ ਸਾਹਿਬ ਨੂੰ, ਜਸਟਿਸ ਅਤਰ ਮਿਨੱਲਾ ਸਾਹਿਬ ਨੂੰ ਉੱਥੇ ਤਕਰੀਰ ਕਰਦਿਆਂ ਹੋਇਆਂ, ਮਤਲਬ ਕਿ ਇਮਰਾਨ ਖਾਨ ਸਾਹਿਬ ਤੇ ਚਲੋ ਸਿਆਸੀ ਆਦਮੀ ਨੇ, ਉਹਨਾਂ ਦੇ ਬਾਰੇ ਜਿਹੜੀ ਇਹ ਬਕਵਾਸ ਕਰਦੇ ਸਨ ਜਾਂ ਦੂਜੇ ਲੋਕਾਂ ਦੇ ਬਾਰੇ ਕਰਦੇ ਨੇ ਉਹ ਤਾਂ ਸਮਝ ਆਉਂਦੀ ਹੈ, ਲੇਕਿਨ ਇਹ ਇੱਥੋਂ ਤੱਕ ਨਿਕਲ ਗਿਆ ਕਿ ਸੁਪਰੀਮ ਕੋਰਟ ਦੇ ਜਿਹੜੇ ਇਸ ਵੇਲੇ ਸਰਵਿੰਗ ਜੱਜ ਨੇ ਜਸਟਿਸ ਅਤਰ ਮਿਨੱਲਾ, ਉਹਨਾਂ ਨੂੰ ਮਾਂ ਵੇਚਣ ਦਾ ਜਿਹੜਾ ਉਹ ਤਾਨਾ ਦੇ ਰਹੇ ਨੇ ਟਵੀਟ ਕਰਕੇ। ਲੇਕਿਨ ਆਪਣੇ ਇਹਨਾਂ ਦੇ ਹਾਲਾਤ ਮੁਬੈਨਾ ਤੌਰ 'ਤੇ ਤੁਹਾਡੇ ਸਾਹਮਣੇ ਰੱਖਣੇ ਉਹ ਇਹ ਹੈ ਕਿ ਇਹਨਾਂ ਦੀ ਭੈਣ ਨੇ ਇਹਨਾਂ ਦੇ ਖਿਲਾਫ ਇੱਕ ਦਰਖਾਸਤ ਦਿੱਤੀ ਹੈ, ਔਰ ਉਹ ਦਰਖਾਸਤ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਉਹ ਦਰਖਾਸਤ ਦੇ ਵਿੱਚ ਇਹਨਾਂ ਦੀ ਭੈਣ ਜਿਹੜੀ ਉਜ਼ਮਾ ਗੁਲ ਸਾਹਿਬ ਆ, ਉਹਨਾਂ ਨੇ ਆਖਿਆ
ਕਿ ਇਹਨੇ ਆਪਣੀ ਕੈਂਸਰ ਜ਼ਦਾ ਮਾਂ, ਜਿਨ੍ਹਾਂ ਨੂੰ ਕੈਂਸਰ ਹੋਇਆ, ਬਜ਼ੁਰਗ ਵੀ ਨੇ ਜ਼ਾਹਿਰ ਹੈ, ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਤੇ ਉਹਨਾਂ ਦਾ ਬਾਜ਼ੂ ਤੋੜ ਦਿੱਤਾ ਹੈ। ਔਰ ਵਜ੍ਹਾ ਕੀ ਹੈ? ਪ੍ਰਾਪਰਟੀ ਦੀ ਵਜ੍ਹਾ ਹੈ, ਜਿੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਜਾਂ ਉਹਨਾਂ ਨੂੰ ਉੱਥੋਂ ਘਰੋਂ ਕੱਢਣਾ ਚਾਹੁੰਦਾ ਹੈ। ਇਸ ਲਈ ਆਪਣੀ ਵਾਲਦਾ ਦੇ ਉੱਤੇ ਜਿਹੜਾ ਉਹ ਤਸ਼ੱਦਦ ਹੋ ਰਿਹਾ। ਇਹ ਉਹਨਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਹੈ। ਲੋਕਾਂ ਨੂੰ ਦੇਖੋ ਕਿ ਲੋਕਾਂ ਦੇ ਕੋਲ ਜਾ ਕੇ ਤੇ ਆਖਣ ਡਏ ਨੇ ਕਿ ਫਲਾਣੇ ਨੇ ਮਾਂ ਵੇਚ ਦਿੱਤੀ ਹੈ, ਧਰਤੀ ਮਾਂ, ਤੇ ਫਲਾਣੇ ਨੇ ਇਹ ਕਰ ਦਿੱਤਾ। ਮਾਂ ਦੇ ਤਕੱਦਸ ਦੀ ਗੱਲ ਵੇਚਣ ਡਏ ਨੇ ਅਬਦੁੱਲਾ ਗੁਲ ਸਾਹਿਬ। ਤੇ ਆਪਣੇ ਘਰ ਕੀ ਹਾਲ ਹੈ ਉਹ ਤੁਹਾਡੇ ਸਾਹਮਣੇ। ਇਹਨਾਂ ਦੀ ਸਗੀ ਭੈਣ ਉਜ਼ਮਾ ਗੁਲ ਸਾਹਿਬਾ ਨੇ 26 ਮਾਰਚ 2018 ਨੂੰ ਇਹ ਜਿਹੜੀ ਦਰਖਾਸਤ ਦਿੱਤੀ ਸੀ ਜਾਂ FIR ਦਰਜ ਕਰਵਾਈ ਸੀ। ਇਹ ਤੁਹਾਡੇ ਸਾਹਮਣੇ ਅਸੀਂ ਰੱਖ ਰਹੇ ਹਾਂ। ਅਤੇ ਫਿਰ ਇੱਕੋ ਹੀ ਜੁਮਲਾ ਸਾਨੂੰ ਚੇਤੇ ਆਉਂਦਾ ਹੈ ਸਾਰੀ ਗੱਲ ਤੋਂ ਵੀ ਸਾਲੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ। ਅਤੇ ਇਹ ਮੇਰਾ ਖਿਆਲ ਹੈ ਕਿ ਜਾਂ ਗੰਢਿਆਂ 'ਚੋਂ ਗੰਢੇਲਾ, ਹੁਣ ਤੁਸੀਂ ਜੋ ਵੀ ਆਖਣਾ ਉਹ ਇੱਥੇ ਫਿੱਟ ਆਉਂਦਾ। ਅਤੇ ਇਹ ਖਬਰ ਸਾਡੇ ਸਾਹਮਣੇ ਇੱਕ ਆਈ ਸੀ ਕਿ ਮਸੰਮੀ ਅਬਦੁੱਲਾ ਗੁਲ ਜਿਹੜੇ ਨੇ ਉਹਨਾਂ ਨੇ 76 ਸਾਲਾ ਮਾਂ ਦੇ ਉੱਤੇ ਜ਼ੁਲਮ ਕੀਤਾ ਔਰ ਸਿਰਫ ਜਾਇਦਾਦ ਛੀਨਣ ਵਾਸਤੇ ਇਹ ਸਾਰਾ ਕਾਰਨਾਮਾ ਜਿਹੜਾ ਉਹ ਆਪਣੀ ਵਾਲਦਾ ਦੇ ਨਾਲ ਕਰ ਰਹੇ ਨੇ।